Hello student, I am Sandeep Singh presenting a lecture on subject energy conservation for second semester electrical students. Today our topic is on energy audit reporting format. Last time we discussed about energy audit and types of energy audits and methodology of energy audit. Now our audit is done completely. Now it's time to make a report. Then we discuss about a report, how we make a report. ਆਪਾਂ ਅੱਜ ਡਿਸਕਸ ਕਰਨਾ ਵੀ ਰਿਪੋਰਟ ਕਿਵੇਂ ਬਣਾਉਣੀ ਆ ਅਤੇ ਕੀ ਆਪਾਂ ਨੂੰ ਕਿਹੜੇ ਕਿਹੜੇ ਸਟੈਪਸ ਫੋਲੋ ਕਰਨੇ ਪੈਂਦੇ ਇਹਦੇ ਵਾਸਤੇ. ਆਫਟਰ ਸਕਸੈਸਫੁਲ ਕੈਰੀ ਆਊਟ ਐਨਰਜੀ ਆਡਿਟ, ਐਨਰਜੀ ਮੈਨੇਜਰ, energy auditor should report to the top management for effective communication and implementation. A typical energy audit report contains format are given below. The following format is applicable for most of industry. However, the format can be suitable modified for specific requirement applicable for a particular types of industry. ਕਹਿੰਦੇ ਜਦੋਂ ਆਪਣੀ ਐਨਰਜੀ ਆਡਿਟ ਹੋ ਗਿਆ ਉਸ ਤੋਂ ਬਾਅਦ ਜਿਹੜਾ ਐਨਰਜੀ ਆਡਿਟ ਕਰਦਾ ਜਿਹੜਾ ਮੈਨੇਜਰ ਆ ਜਾਂ ਆਡੀਟਰ ਆ ਉਹਨੇ ਟੌਪ ਮੈਨੇਜਮੈਂਟ ਨੂੰ ਸਮਝਾਉਣ ਵਾਸਤੇ ਉਹਨਾਂ ਨੂੰ ਕਮਿਊਨੀਕੇਸ਼ਨ ਕਰਨ ਵਾਸਤੇ ਅਤੇ ਉਸ ਆਡਿਟ ਨੂੰ ਇੰਪਲੀਮੈਂਟ ਕਰਨ ਵਾਸਤੇ ਇੱਕ ਰਿਪੋਰਟ ਤਿਆਰ ਕਰਨੀ ਪੈਂਦੀ ਆ ਜਿਹਦਾ ਫਾਰਮੈਟ ਆ ਜਿਹੜਾ ਉਹ ਆਪਾਂ ਅੱਗੇ ਨੈਕਸਟ ਡਿਸਕਸ ਕਰਾਂਗੇ. ਇਹ ਐਪਲੀਕੇਬਲ ਹੁੰਦਾ ਮੇਨਲੀ ਇੰਡਸਟਰੀ ਦੇ ਵਿੱਚ. ਮੇਨਲੀ ਇਹ ਇੰਡਸਟਰੀ ਦਾ ਫਾਰਮੈਟ ਆ. ਮੋਸਟਲੀ ਜਿਹੜਾ ਐਨਰਜੀ ਆਡਿਟ ਹੁੰਦਾ ਵਾ ਉਹ ਇੰਡਸਟਰੀ ਦੇ ਨਾਲ ਹੀ ਹੁੰਦਾ ਵਾ ਅਤੇ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ. ਇਹ ਸਪੈਸ਼ਲੀ ਜਿਹੜਾ ਐਪਲੀਕੇਬਲ ਫੋਰ ਟਾਈਪਸ ਆਫ ਪਰਟੀਕੂਲਰ ਟਾਈਪਸ ਆਫ ਇੰਡਸਟਰੀ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ. ਇਹਦੇ 'ਚ ਆਪਾਂ ਡਿਸਕਸ ਕਰਦੇ ਹਾਂ. ਸਭ ਤੋਂ ਪਹਿਲਾਂ ਡਿਟੇਲ ਐਨਰਜੀ ਆਡਿਟ. ਜਿਹੜਾ ਡਿਟੇਲ ਐਨਰਜੀ ਆਡਿਟ ਦਾ ਜਿਹੜਾ ਉਹ ਡਿਟੇਲ ਨਾਮ ਲਿਖਣਾ ਵਾ ਅਤੇ ਟੇਬਲ ਆਫ ਕੰਟੈਂਟ ਦੇ ਵਿੱਚ ਕੀ ਆਉਂਦਾ ਇਕਨੋਲੇਜਮੈਂਟ ਕੀ ਜਿਹਦੇ ਵਿੱਚ ਇਹ ਲਿਖਣਾ ਵਾ ਜਿਹੜਾ ਐਨਰਜੀ ਆਡਿਟ ਮੈਨੇਜਰ ਆ ਜਾਂ ਐਨਰਜੀ ਆਡਿਟ ਆਥਰ ਆ ਜਿਹੜਾ ਐਥੋਰਾਈਜ਼ਡ ਪਰਸਨ ਆ ਉਹਨੇ ਐਕਨੋਲੇਜਮੈਂਟ ਲਿਖਣਾ ਵਾ. ਉਹਦੇ 'ਚ ਲਿਖਣਾ ਵੀ ਕਿਹਨੇ ਮੇਰੀ ਹੈਲਪ ਕੀਤੀ ਇਹਦੇ 'ਚ, ਕਿਹੜੀ ਟੀਮ ਸੀਗੀ, ਉਹਦੇ ਬਾਰੇ ਸਾਰਾ ਲਿਖਣਾ. ਫਿਰ ਉਸ ਤੋਂ ਬਾਅਦ ਐਗਜ਼ੀਕਿਊਟਿਵ ਸਮਰੀ, ਐਨਰਜੀ ਆਡਿਟ ਆਪਸ਼ਨ ਟੂ ਗਲੈਂਡ ਐਂਡ ਰਿਕਮੈਂਡੇਸ਼ਨ ਕਿਹਦੇ ਸਾਰੀ ਸਮਰੀ ਲਿਖਣੀ ਆ ਇਹਦੇ 'ਚ ਬਈ ਨੈਕਸਟ ਪੇਜ ਦੇ ਉੱਤੇ ਸੈਕਿੰਡ ਦੇ ਵਿੱਚ ਬਈ ਕੀ ਐਨਰਜੀ ਆਡਿਟ ਆ ਅਤੇ ਕਾਹਦੇ ਬਾਰੇ ਆ ਇਹ. ਉਸ ਤੋਂ ਬਾਅਦ ਫਸਟ ਚੈਪਟਰ ਆਪਣਾ ਸ਼ੁਰੂ ਹੋਣਾ ਵਾ ਜਿਹੜਾ ਇਹ ਚੈਪਟਰ ਵਾਈਜ਼ ਆਪਾਂ ਬਣਾਉਣੇ ਆ. 6 ਚੈਪਟਰ ਬਣਾਉਣੇ ਆ ਟੋਟਲ. ਇਹਦੇ ਪੂਰਾ ਉਹਦੇ 'ਚ ਆਡਿਟ ਦੀ ਪੂਰੀ ਡਿਟੇਲ ਲਿਖਣੀ ਹੈ, ਇੰਡਸਟਰੀ ਦੀ ਪੂਰੀ ਡਿਟੇਲ ਲਿਖਣੀ ਹੈ. ਫਸਟ ਚੈਪਟਰ ਹੈ ਇੰਟਰੋਡਕਸ਼ਨ ਅਬਾਊਟ ਪਲਾਂਟ. ਜਿਹੜਾ ਵੀ ਪਲਾਂਟ ਆ ਜਾਂ ਇੰਡਸਟਰੀ ਆ ਕੋਈ ਵੀ ਆ ਉਹਦੇ ਬਾਰੇ ਆਪਾਂ ਇਹਦੇ 'ਚ ਡਿਸਕਸ ਕਰਨਾ. ਜਰਨਲ ਪਲਾਂਟ ਡਿਟੇਲ ਐਂਡ ਡਿਸਕ੍ਰਿਪਸ਼ਨ. ਜਿਹੜਾ ਜਰਨਲ ਪਲਾਂਟ ਆ ਜਾਂ ਇੰਡਸਟਰੀ ਆ ਉਹਦੇ ਬਾਰੇ ਐਕਸਪਲੇਨ ਕਰਨਾ ਵਾ ਕੀ ਹੈਗਾ ਵਾ ਇੰਡਸਟਰੀ, ਕਾਹਦੀ ਇੰਡਸਟਰੀ ਆ, ਪੇਪਰ ਇੰਡਸਟਰੀ ਆ, ਵੁੱਡ ਇੰਡਸਟਰੀ ਆ, ਕੋਈ ਵੀ ਜਿਹੜੀ ਪਲਾਸਟਿਕ ਇੰਡਸਟਰੀ ਆ, ਕਿਹੜੀ ਵੀ ਜਿਹੜਾ ਵੀ ਪ੍ਰੋਡਕਟ ਬਣਾਉਂਦੀ ਆ ਕਿ ਉਹਦੇ 'ਚ ਕਿੱਡੀ ਕੁ ਇੰਡਸਟਰੀ ਆ ਜਾਂ ਸਾਰਾ ਸਰਫੇਸ ਏਰੀਆ ਕਿੰਨਾ ਵਾ, ਮੈਪ ਕੀ ਆ, ਸਾਰਾ ਉਹਦੇ ਬਾਰੇ ਜਰਨਲ ਪਲੈਨ ਉਹਦਾ ਦੱਸਣਾ ਵਾ. ਉਸ ਤੋਂ ਬਾਅਦ ਐਨਰਜੀ ਆਡਿਟ ਟੀਮ. ਜਿਹੜੀ ਟੀਮ ਆ ਉਸ ਮੈਨੇਜਰ ਦੇ ਅੰਡਰ ਜਿਹੜੀ ਟੀਮ ਆ ਉਹਦੇ ਸਾਰੀ ਟੀਮ ਦਾ ਦੱਸਣਾ ਵਾ ਅਤੇ ਉਹਦੇ 'ਚ ਕੀ ਡੈਜੀਗਨੇਸ਼ਨ ਆ ਕਿਹੜੇ ਬੰਦੇ ਦੀ ਉਹ ਸਾਰੀ ਡਿਟੇਲ ਇਹਦੇ 'ਚ ਐਨਰਜੀ ਆਡਿਟ ਟੀਮ ਬਾਰੇ ਦੱਸਣਾ ਵਾ. ਫਿਰ ਕੰਪੋਨੈਂਟ ਆਫ ਪ੍ਰੋਡਕਸ਼ਨ ਕਾਸਟ. ਇਹਦੇ 'ਚ ਪ੍ਰੋਡਕਸ਼ਨ ਕਾਸਟ ਕੀ ਲੱਗਦੀ ਆ ਜਿਹੜੀ ਕੋਈ ਵੀ ਆਪਾਂ ਰॉ ਮਟੀਰੀਅਲ ਆ ਚਾਹੇ ਐਨਰਜੀ ਆ ਜਾਂ ਕੈਮੀਕਲ ਆ, ਮੈਨ ਪਾਵਰ ਆ, ਓਵਰ ਹੈਡ ਅਦਰ ਜਿੰਨਾ ਵੀ ਆਪਣਾ ਹੈਗਾ ਵਾ ਇਹਦੇ 'ਚ ਜਿਹੜੀ ਵੀ ਚੀਜ਼ ਐਨਰਜੀ ਯੂਜ਼ ਹੁੰਦੀ ਆ ਚਾਹੇ ਕੈਮੀਕਲ ਐਨਰਜੀ, ਰॉ ਮਟੀਰੀਅਲ, ਮੈਨ ਪਾਵਰ, ਉਹਦੇ ਬਾਰੇ ਸਾਰੀ ਆਪਾਂ ਕਾਸਟ ਦਾ
ਐਨਾਲਾਈਜ਼ ਕਰਨਾ ਵਾ, ਆਡਿਟ ਜਿਹੜਾ ਕੀਤਾ ਵਾ ਉਹਨੂੰ ਲਿਖਣਾ ਇਹਦੇ 'ਚ। ਫਿਰ ਉਸ ਤੋਂ ਬਾਅਦ ਮੇਜਰ ਐਨਰਜੀ ਯੂਜ਼ਡ ਐਂਡ ਏਰੀਆ। ਮੇਜਰ ਐਨਰਜੀ ਜਿਹੜੀ ਕਿੱਥੇ ਯੂਜ਼ ਹੁੰਦੀ ਆ, ਕਿਹੜੇ ਏਰੀਏ 'ਚ ਯੂਜ਼ ਹੁੰਦੀ ਆ, ਉਹਦੇ ਬਾਰੇ ਡਿਸਕਸ ਕਰਨਾ। ਇਹ ਹੋ ਗਿਆ ਆਪਣਾ ਫਸਟ ਚੈਪਟਰ। ਸੈਕਿੰਡ ਚੈਪਟਰ ਦੇ ਵਿੱਚ ਕੀ ਆ, ਪ੍ਰੋਸੀਜਰ, ਪ੍ਰੋਸੈਸ, ਡਿਸਕ੍ਰਿਪਸ਼ਨ, ਪ੍ਰੋਡਕਸ਼ਨ ਪ੍ਰੋਸੈਸ ਡਿਸਕ੍ਰਿਪਸ਼ਨ, ਬਰੀਫ ਡਿਸਕ੍ਰਿਪਸ਼ਨ ਆਫ ਮੈਨੂਫੈਕਚਰਿੰਗ ਪ੍ਰੋਸੈਸ। ਜਿਹੜਾ ਮੈਨੂਫੈਕਚਰਿੰਗ ਪ੍ਰੋਸੈਸ ਆ ਉਹਨੂੰ ਬਰੀਫਲੀ ਐਕਸਪਲੇਨ ਕਰਨਾ ਵਾ, ਕਿਵੇਂ ਕਿਵੇਂ ਜਿਹੜਾ ਮੈਨੂਫੈਕਚਰਿੰਗ ਹੁੰਦੀ ਹੈ, ਪ੍ਰੋਸੈਸ ਹੁੰਦਾ ਵਾ, ਉਹ ਸਾਰਾ ਇਹਦੇ 'ਚ ਸੈਕਿੰਡ ਚੈਪਟਰ 'ਚ ਡਿਸਕਸ ਕਰਨਾ। ਫਿਰ ਉਸ ਤੋਂ ਬਾਅਦ ਪ੍ਰੋਸੈਸ ਫਲੋ ਡਾਇਗਰਾਮ ਐਂਡ ਮੇਜਰ ਯੂਨਿਟ ਓਪਰੇਸ਼ਨ। ਫਿਰ ਇਹਦੇ 'ਚ ਆਪਾਂ ਫਲੋ ਡਾਇਗਰਾਮ ਬਣਾਉਣਾ ਵਾ, ਕਿਵੇਂ ਕਿਵੇਂ ਜਿਹੜੀ ਐਨਰਜੀ ਫਲੋ ਕਰਦੀ ਆ, ਕਿਵੇਂ ਪ੍ਰੋਡਕਟ ਜਿਹੜਾ ਕਨਵਰਟ ਕਰਦੇ ਆ, ਅਤੇ ਮੇਜਰ ਯੂਨਿਟ ਜਿਹੜਾ ਓਪਰੇਸ਼ਨ ਆ ਉਹਦਾ ਇਹ ਆਪਾਂ ਫਲੋ ਡਾਇਗਰਾਮ ਬਣਾਉਣਾ ਵਾ। ਮੇਜਰ ਰॉ ਮਟੀਰੀਅਲ ਇਨਪੁੱਟ, ਜਿਹੜਾ ਵੀ ਆਪਣਾ ਮੇਜਰ ਰॉ ਮਟੀਰੀਅਲ ਇੰਡਸਟਰੀ ਨੂੰ ਇਨਪੁੱਟ ਦੇ ਰਹੇ ਆਪਾਂ, ਜਿਵੇਂ ਕੋਈ ਵੀ ਆਇਰਨ ਇੰਡਸਟਰੀ ਹੈ ਜਾਂ ਪਲਾਸਟਿਕ ਇੰਡਸਟਰੀ ਆ, ਉਹਦੇ 'ਚ ਕੀ ਇਨਪੁੱਟ ਆ ਰਹੀ ਆ, ਕਿਹੜਾ ਇਨਪੁੱਟ ਮਟੀਰੀਅਲ ਜਿਹੜਾ ਯੂਜ਼ ਕਰਕੇ ਜਿਹਦਾ ਆਪਾਂ ਪ੍ਰੋਡਕਟ ਬਣਾ ਰਹੇ ਹਾਂ, ਫਿਰ ਉਹਦੀ ਕੁਆਲਿਟੀ ਕੀ ਆ ਅਤੇ ਕੋਸਟ ਕੀ ਆ, ਉਹ ਸਾਰਾ ਇਹਦੇ 'ਚ ਡਿਸਕਸ ਕਰਨਾ ਵਾ ਆਪਾਂ ਸੈਕਿੰਡ ਚੈਪਟਰ ਦੇ ਵਿੱਚ। ਨੈਕਸਟ ਥਰਡ ਚੈਪਟਰ, ਆਪਾਂ ਜਿਹੜੀ ਐਨਰਜੀ ਯੂਜ਼ ਕਰਦੇ ਹਾਂ ਉਹਦੀ ਯੂਟਿਲਿਟੀ ਸਿਸਟਮ ਕੀ ਆ, ਡਿਸਕ੍ਰਿਪਸ਼ਨ ਜਿਹੜਾ ਸਾਰਾ ਦੇਣੀ ਆ। ਪਹਿਲਾਂ ਲਿਸਟ ਆਫ ਯੂਟਿਲਿਟੀਜ਼, ਕਿੱਥੇ ਕਿੱਥੇ ਆਪਾਂ ਯੂਜ਼ ਕਰਨਾ ਵਾ, ਬਰੀਫ ਡਿਸਕ੍ਰਿਪਸ਼ਨ ਆਫ ਈਚ ਯੂਟਿਲਿਟੀ, ਕਿ ਹਰ ਇੱਕ ਜਿਹੜੀ ਆਪਾਂ ਐਨਰਜੀ ਯੂਜ਼ ਕਰਦੇ ਹਾਂ ਉਹਦੀ ਅਲੱਗ ਅਲੱਗ ਐਕਸਪਲੇਨ ਕਰਨਾ ਉਹਨੂੰ ਬਰੀਫਲੀ। ਪਹਿਲਾਂ ਇਲੈਕਟ੍ਰੀਸਿਟੀ ਕਿੱਥੇ ਕਿੱਥੇ ਯੂਜ਼ ਕਰਦੇ ਹਾਂ, ਕਿਹੜੇ ਕਿਹੜੇ ਕੰਮ ਵਾਸਤੇ। ਫਿਰ ਉਸ ਤੋਂ ਬਾਅਦ ਸਟੀਮ ਜਿਹੜੀ ਯੂਜ਼ ਕਰਦੇ ਹਾਂ, ਜੇ ਆਪਣੀ ਕੋਈ ਵੀ ਇੰਡਸਟਰੀ ਆ ਜੇ ਉੱਥੇ ਸਟੀਮ ਯੂਜ਼ ਹੁੰਦੀ ਆ ਉਹਦੇ ਬਾਰੇ ਡਿਸਕਸ ਕਰਨਾ। ਉਸ ਤੋਂ ਬਾਅਦ ਵਾਟਰ, ਕਿੱਥੇ ਕਿੱਥੇ ਪਾਣੀ ਯੂਜ਼ ਕਰਦੇ ਹਾਂ, ਕੰਪਰੈਸਡ ਏਅਰ, ਚਿਲਡ ਵਾਟਰ, ਕੂਲਿੰਗ ਵਾਟਰ। ਇਹ ਜਿਹੜੇ 6 ਆਪਣੇ ਯੂਟਿਲਿਟੀ ਲਿਸਟ ਦੇ ਵਿੱਚ ਆਉਂਦੇ ਆ, ਇਹਨਾਂ ਨੂੰ ਆਪਾਂ ਡਿਸਕਸ ਕਰਨਾ ਵਾ ਬਰੀਫਲੀ। ਨੈਕਸਟ ਆਪਣਾ ਫੋਰਥ ਚੈਪਟਰ ਆ, ਡਿਸਕ੍ਰਿਪਸ਼ਨ, ਪ੍ਰੋਸੈਸ ਫਲੋ ਡਾਇਗਰਾਮ ਐਂਡ ਐਨਰਜੀ ਐਂਡ ਮਟੀਰੀਅਲ ਬੈਲੈਂਸ। ਜਿਹੜਾ ਇਹਦੇ 'ਚ ਫਲੋ ਡਾਇਗਰਾਮ ਬਾਰੇ ਡਿਸਕਸ ਕਰਨਾ, ਕਾਹਦੀ, ਐਨਰਜੀ ਐਂਡ ਮਟੀਰੀਅਲ ਬੈਲੈਂਸ ਜਿਹੜਾ ਕਰਨਾ ਵਾ ਉਹਦਾ ਫਲੋ ਡਾਇਗਰਾਮ, ਫਲੋ ਚਾਰਟ ਬਣਾਉਣਾ ਵਾ। ਫਲੋ ਚਾਰਟ ਸ਼ੋਜ਼ ਦਾ ਫਲੋ ਰੇਟ, ਟੈਂਪਰੇਚਰ, ਪ੍ਰੈਸ਼ਰ ਆਫ ਆਲ ਇਨਪੁੱਟ ਆਊਟਪੁੱਟ ਸਟ੍ਰੀਮਸ। ਫਲੋ ਚਾਰਟ ਦੇ ਵਿੱਚ ਆਪਾਂ ਫਲੋ ਰੇਟ, ਟੈਂਪਰੇਚਰ, ਪ੍ਰੈਸ਼ਰ, ਇਹ ਤਿੰਨੇ ਕੰਪੋਨੈਂਟਾਂ ਦੇ ਇਨਪੁੱਟ ਅਤੇ ਆਊਟਪੁੱਟ ਦੋਨੇ ਸਟਰੀਮ ਆਪਾਂ ਇਹਦੇ 'ਚ ਫਲੋ ਚਾਰਟ ਦੇ ਵਿੱਚ ਐਕਸਪਲੇਨ ਕਰਨੇ ਆ। ਫਿਰ ਵਾਟਰ ਬੈਲੈਂਸ ਫॉर ਇੰਟਾਇਰ ਇੰਡਸਟਰੀ, ਜਿੰਨੇ ਵੀ ਇੰਡਸਟਰੀ ਆ ਸਾਰੀ ਦੇ ਵਿੱਚ ਵਾਟਰ ਦਾ ਕਿੱਥੇ ਕਿੱਥੇ ਯੂਜ਼ ਹੁੰਦਾ ਉਹਦੇ ਬਾਰੇ ਆਪਾਂ ਬੈਲੈਂਸਿੰਗ ਦਾ ਦੱਸਣਾ ਵਾ। ਨੈਕਸਟ ਫਿਫਥ ਚੈਪਟਰ ਆਪਣਾ ਐਨਰਜੀ ਐਫੀਸ਼ੀਐਂਸੀ ਇਨ ਯੂਟਿਲਿਟੀ ਐਂਡ ਪ੍ਰੋਸੈਸ ਸਿਸਟਮ। ਇਹਦੇ 'ਚ ਆਪਾਂ ਡਿਸਕਸ ਕਰਨਾ ਸਪੈਸੀਫਿਕ ਐਨਰਜੀ ਕੰਜ਼ੰਪਸ਼ਨ ਕਿੱਥੇ ਹੋ ਰਹੀ ਆ ਆਪਣੀ, ਬੋਇਲਰ ਐਫੀਸ਼ੀਐਂਸੀ ਅਸੈਸਮੈਂਟ, ਬੋਇਲਰ ਦੀ ਐਫੀਸ਼ੀਐਂਸੀ ਅਸੈਸਮੈਂਟ ਕਰਨੀ ਆ, ਥਰਮਿਕ ਫਲੂਇਡ ਹੀਟਿੰਗ ਪਰਫੋਰਮੈਂਸ ਅਸਾਈਨਮੈਂਟ, ਫਰਨਸ ਐਫੀਸ਼ੀਐਂਸੀ ਐਨਾਲਿਸਿਸ। ਇਹ ਸਾਰੇ ਆਪਾਂ ਜਿਹੜੇ ਜਿੰਨੇ ਵੀ ਆਪਣੇ ਕੰਪੋਨੈਂਟ ਆ ਉਹਨਾਂ ਦਾ ਐਨਾਲਿਸਿਸ ਕਰਨੇ ਆ। ਬੋਇਲਰ ਹੋ ਗਿਆ, ਥਰਮਲ ਫਲੂਇਡ ਹੀਟਿੰਗ ਪ੍ਰੋਸੈਸ ਹੋ ਗਿਆ, ਜਾਂ ਫਰਨਸ ਹੋ ਗਿਆ, ਜਾਂ ਕੂਲਿੰਗ ਵਾਟਰ ਸਿਸਟਮ ਹੋ ਗਿਆ, ਪਰਫੋਰਮੈਂਸ ਅਸੈਸਮੈਂਟ ਕਰਨੀ ਆ ਉਹਦੀ। DG ਮਤਲਬ ਜਿਹੜਾ ਜਨਰੇਟਰ ਸੈੱਟ ਹੋ ਗਿਆ, ਪਰਫੋਰਮੈਂਸ ਅਸੈਸਮੈਂਟ ਉਹਦਾ ਕਰਨੀ ਆ। ਰੈਫਰੀਜਰੇਸ਼ਨ ਸਿਸਟਮ ਦੀ ਪਰਫੋਰਮੈਂਸ ਕੀ ਆ, ਕੰਪਰੈਸਡ ਏਅਰ ਸਿਸਟਮ ਪਰਫੋਰਮੈਂਸ ਕੀ ਆ, ਇਲੈਕਟ੍ਰਿਕ ਮੋਟਰ ਲੋਡ ਐਨਾਲਿਸਿਸ ਕੀ ਆ, ਲਾਈਟਿੰਗ ਸਿਸਟਮ ਕੀ ਆ। ਇਹਨਾਂ ਦੇ ਆਪਾਂ ਦੇਖਣਾ ਵੀ ਕਿਹੜੀ ਕਿਹੜੀ ਚੀਜ਼ ਕਿੰਨੀ ਕਿੰਨੀ ਐਫੀਸ਼ੀਐਂਟ ਆ, ਕੋਈ ਇਹ ਦੇਖਣਾ ਵਾ
ਇਹ 'ਚ ਆਪਾਂ ਇਸ ਚੈਪਟਰ ਦੇ ਵਿੱਚ। ਫਿਰ ਉਸ ਤੋਂ ਬਾਅਦ ਆਪਣਾ ਮੇਨ ਚੈਪਟਰ ਆਉਂਦਾ, ਜਿਹੜਾ ਇਹ ਤਾਂ ਹੋ ਗਿਆ ਵੀ ਇੰਡਸਟਰੀ ਦੇ ਵਿੱਚ ਕੀ ਆ, ਅਤੇ ਉਹ ਆਪਾਂ ਐਨਾਲਾਈਜ਼ ਕੀਤਾ 5th ਚੈਪਟਰ ਤੱਕ, ਬਈ ਕੀ ਇੰਡਸਟਰੀ ਦੇ ਵਿੱਚ ਚੱਲਦਾ ਪਿਆ, ਅਤੇ ਉਹ ਅਸੀਂ ਕੀ ਐਨਾਲਾਈਜ਼ ਕੀਤਾ ਸਾਰੀਆਂ ਮੇਜਰਮੈਂਟ ਕਰਕੇ, ਅਤੇ ਕਿਹੜੇ ਕਿਹੜੇ ਕੰਪੋਨੈਂਟ ਆ ਜਿਹੜੇ ਖਰੇ ਉਤਰ ਰਹੇ ਆ, ਆਪਣੀ ਐਫੀਸ਼ੀਐਂਸੀ ਦੇ ਰਹੇ ਆ ਪ੍ਰੋਪਰ ਕਿ ਨਹੀਂ, ਉਹ ਆ 5th ਚੈਪਟਰ ਦੇ ਵਿੱਚ ਡਿਸਕਸ ਕਰ ਲਿਆ ਆਪਾਂ ਵੀ ਕਿੰਨਾ ਕੁ ਐਫੀਸ਼ੀਐਂਟ ਆ। ਫਿਰ ਹੁਣ ਉਸ ਤੋਂ ਬਾਅਦ ਲਾਸਟ ਚੈਪਟਰ ਆਪਣਾ, ਜਿਹਦੇ 'ਚ ਆਪਾਂ ਇੰਪਲੀਮੈਂਟੇਸ਼ਨ ਕਰਨੀ ਆ, ਐਨਰਜੀ ਕੰਜ਼ਰਵੇਸ਼ਨ ਓਪਰੇਸ਼ਨ ਕਰਨਾ ਵਾ, ਜਿੱਥੇ ਆਪਾਂ ਬਚਾਉਣੀ ਆ ਜਿਹੜੀ ਚੀਜ਼ ਉਹ, ਅਤੇ ਐਂਡ ਰਿਕਮੈਂਡੇਸ਼ਨ ਕੀ ਕੀ ਕੰਮ ਕਰਨਾ ਵਾ ਆਪਾਂ ਉਹਦੇ ਵਾਸਤੇ, ਕੀ ਕੀ ਪਲੈਨਿੰਗ ਕਰਨੀ ਆ। ਲਿਸਟ ਆਫ ਆਪਸ਼ਨ in term of no cost, low cost, medium cost, high cost, investment cost, annual energy, cost saving and payback। ਇਹਦੇ 'ਚ ਆਪਾਂ ਟੇਬਲ ਬਣਾ ਕੇ ਇੱਕ ਡਿਸਕਸ਼ਨ ਕਰਨੀ ਆ ਵੀ ਜਿਹੜਾ ਆਪਾਂ ਕਿਹੜੀ ਟਰਮ ਦੀ ਜਿਹੜੀ ਉਹ ਲਿਸਟ ਬਣਾਉਣੀ ਹੈ, ਇੱਕ ਲਿਸਟ ਆਫ ਆਪਸ਼ਨ ਇਨ ਟਰਮ ਆਫ ਕਿਹਦੀ ਆਪਾਂ ਨੋ ਕੋਸਟ, ਵੀ ਜਿਹਦੀ ਕੋਸਟ 0 ਕਰ ਸਕਦੇ ਹਾਂ ਅਤੇ ਲੋਅ ਕਰ ਸਕਦੇ ਹਾਂ, ਉਸ ਤੋਂ ਇਲਾਵਾ ਮੀਡੀਅਮ ਕਰ ਸਕਦੇ ਹਾਂ ਕੋਸਟ, ਅਤੇ ਜਿਹਦੇ 'ਚ ਆਪਾਂ ਹਾਈ ਇਨਵੈਸਟਮੈਂਟ ਕੋਸਟ ਕਰਨੀ ਆ। ਐਨੂਅਲ ਐਨਰਜੀ ਜਿਹੜਾ ਉਹ ਟੇਬਲ ਬਣਾਉਣਾ ਵਾ, ਐਂਡ ਕੋਸਟ ਸੇਵਿੰਗ ਦਾ ਟੇਬਲ ਬਣਾਉਣਾ ਵਾ, ਅਤੇ ਉਸ ਤੋਂ ਬਾਅਦ ਆਪਾਂ ਨੂੰ ਕੀ ਪੇ ਬੈਕ ਮਿਲਦਾ ਵਾ, ਕੀ ਉਹਦੇ 'ਚੋਂ ਆਪਾਂ ਨੂੰ ਬੱਚਤ ਹੋਊਗੀ, ਕਿ ਪੇ ਬੈਕ ਆਪਾਂ ਨੂੰ ਕੀ ਮਿਲੂਗਾ, ਇਹ ਸਾਰਾ ਉਸ ਚਾਰਟ ਦੇ ਵਿੱਚ ਡਿਸਕਸ ਕਰਨਾ। ਫਿਰ ਉਸ ਤੋਂ ਬਾਅਦ ਇੰਪਲੀਮੈਂਟੇਸ਼ਨ ਪਲਾਨ ਫॉर ਐਨਰਜੀ ਸੇਵਿੰਗ ਮੈਜ਼ਰਸ ਪ੍ਰੋਜੈਕਟਸ, ਇੰਪਲੀਮੈਂਟ ਕਿਵੇਂ ਕਰਨਾ ਵਾ ਆਪਾਂ, ਜਿਹੜਾ ਐਨਰਜੀ ਸੇਵਿੰਗ ਕਿਵੇਂ ਮੈਜ਼ਰ ਕਰਕੇ ਜਿਹੜਾ ਪ੍ਰੋਜੈਕਟ ਨੂੰ ਕਿਵੇਂ ਇੰਪਲੀਮੈਂਟੇਸ਼ਨ ਕਰਨੀ ਹੈ। ਪਹਿਲਾਂ ਤਾਂ ਆਪਣੀ ਹੋ ਗਈ ਵੀ ਕਿਵੇਂ ਕਿਹੜੀ ਕਿਹੜੀ ਐਨਰਜੀ ਨੂੰ, ਜਿਵੇਂ ਅਬਵ ਆਪਣੇ ਆਹ ਬੋਇਲਰ ਹੋ ਗਿਆ, ਫਰਨਸ ਹੋ ਗਿਆ, ਕੂਲਿੰਗ ਵਾਟਰ ਸਿਸਟਮ ਹੋ ਗਿਆ, DG ਸੈੱਟ ਹੋ ਗਿਆ, ਰੈਫਰੀਜਰੇਸ਼ਨ ਸਿਸਟਮ ਹੋ ਗਿਆ 5th ਚੈਪਟਰ ਦੇ ਵਿੱਚ। ਇਹਨਾਂ ਦੇ ਵਿੱਚੋਂ ਆਪਾਂ ਕਿਹੜੀ ਚੀਜ਼ ਦੀ ਕੋਸਟ ਘਟਾ ਸਕਦੇ ਹਾਂ, 0 ਕਰ ਸਕਦੇ ਹਾਂ, ਜਾਂ ਜਿਹੜੀ ਹਾਈ ਇਨਵੈਸਟਮੈਂਟ ਜਿਹਦੇ 'ਤੇ ਆਪਾਂ ਨੂੰ ਲਾਉਣ ਦੀ ਲੋੜ ਆ। ਹਾਈ ਇਨਵੈਸਟਮੈਂਟ ਮਤਲਬ ਕੋਈ ਸਿਸਟਮ ਨਵਾਂ ਆਇਆ ਵਾ ਜਿਹੜਾ ਕਿ ਵੱਧ ਐਫੀਸ਼ੀਐਂਟ ਆ, ਜਿਹਦੇ ਆਪਾਂ ਨੂੰ ਫਾਇਦੇ ਜ਼ਿਆਦਾ ਵਾ, ਉਹਦੇ 'ਤੇ ਆਪਾਂ ਨੂੰ ਕਿੱਥੇ ਕੋਸਟ ਆਪਾਂ, ਅਤੇ ਉਹ ਆਪਾਂ ਨੂੰ ਕਿਵੇਂ ਕੋਸਟ ਸੇਵਿੰਗ ਕਰਕੇ ਦਊਗਾ, ਅਤੇ ਉਹ ਕਿੰਨੀ ਦੇਰ ਦੇ ਵਿੱਚ ਆਪਾਂ ਨੂੰ ਪੇ ਬੈਕ ਦੇ ਦਊਗਾ। ਜਿਵੇਂ ਕੋਈ ਸਿਸਟਮ ਆ ਉਹਦੀ ਕੋਸਟ ਮੰਨ ਲਓ ਜ਼ਿਆਦਾ ਵਾ, ਫੋਰ ਐਗਜ਼ਾਮਪਲ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ ਸੋਲਰ ਐਨਰਜੀ ਦੀ, ਜਿਹੜਾ ਸੋਲਰ ਸੈੱਲ ਆ ਉਹਦਾ ਇੱਕ ਇੰਸਟਾਲੇਸ਼ਨ ਕੋਸਟ ਹੀ ਆਉਂਦੀ ਆ, ਅਤੇ ਉਸ ਤੋਂ ਬਾਅਦ ਜਿਹੜੀ ਉਹ ਰਨਿੰਗ ਕੋਸਟ ਆ ਉਹਦੀ ਲੋਅ ਆ, ਮਤਲਬ ਜਿਵੇਂ 20-25 ਸਾਲ ਦੀ ਗਰੰਟੀ ਦਿੰਦੇ ਆ ਬੈਟਰੀ ਦੀ, ਉਸ ਹਿਸਾਬ ਦੇ ਨਾਲ ਜਿਹੜਾ ਇਕੱਲਾ ਬੈਟਰੀ ਚੇਂਜ ਹੋਣੀ ਹੁੰਦੀ ਆ, ਉਹ 20-25 ਸਾਲ ਤੱਕ ਜਿਹੜੀ ਬੈਟਰੀ ਉਦੋਂ ਜਦੋਂ ਚੇਂਜ ਹੋਊਗੀ, ਜਿੰਨੀ ਵੀ ਲਾਈਫ ਆ ਮਤਲਬ ਬੈਟਰੀ ਹੀ ਚੇਂਜ ਹੋਣੀ ਆ, ਬਾਕੀ ਹੋਰ ਕੋਈ ਸਿਸਟਮ ਨਹੀਂ ਉਹਦੇ ਚੇਂਜ ਹੋਣਾ। ਇਸ ਤਰ੍ਹਾਂ ਵੀ ਕੋਈ ਵੀ ਸਿਸਟਮ ਕੋਈ ਇੰਸਟਾਲ ਕਰਦੇ ਹਾਂ, ਕੋਈ ਮਸ਼ੀਨਰੀ ਇੰਸਟਾਲ ਕਰਦੇ ਹਾਂ, ਉਹ ਜਦੋਂ ਨਵੀਂ ਇੰਸਟਾਲ ਕਰਾਂਗੇ ਉਹਦੀ ਜਿਹੜੀ ਵੈਲਿਊ ਆ ਉਹਨੂੰ ਐਨਾਲਾਈਜ਼ ਕਰਨਾ ਵਾ, ਬਈ ਉਹਨੇ ਕਿੰਨੀ ਦੇਰ ਦੇ ਵਿੱਚ ਆਪਾਂ ਨੂੰ ਪੇ ਬੈਕ ਕਰ ਦੇਣਾ ਵਾ, ਉਹ ਸਾਰਾ ਇਸ ਟੇਬਲ ਦੇ ਵਿੱਚ ਆਪਾਂ ਡਿਸਕਸ਼ਨ ਕਰਨੀ ਆ। ਫਿਰ ਉਸ ਤੋਂ ਬਾਅਦ ਇੰਪਲੀਮੈਂਟੇਸ਼ਨ ਫॉर ਐਨਰਜੀ ਸੇਵਿੰਗ ਮੈਜ਼ਰਸ ਐਂਡ ਪ੍ਰੋਜੈਕਟ, ਸਾਰੀ ਪਲਾਨ ਕਿਵੇਂ ਇੰਪਲੀਮੈਂਟ ਕਰਨਾ ਵਾ, ਕਿਵੇਂ ਜਿਹੜੀ ਐਨਰਜੀ ਸੇਵਿੰਗ ਕਰਨੀ ਆ, ਸਾਰਾ ਪ੍ਰੋਜੈਕਟ ਬਾਰੇ ਡਿਸਕਸ ਕਰਨਾ ਵਾ। ਇਹ ਸਾਰਾ ਇਸ 6th ਚੈਪਟਰ ਮੇਨ ਦੇ ਵਿੱਚ ਆਪਾਂ ਡਿਸਕਸ ਕਰਨਾ। ਫਿਰ ਉਸ ਤੋਂ ਬਾਅਦ ਐਨਾਲਿਸਟ ਜਿਹੜਾ ਲਿਸਟ ਆਫ ਐਨਰਜੀ ਆਡਿਟ ਵਰਕਸ਼ੀਟ ਐਕਸਪਲੇਨ ਕਰਨੀ ਹੈ, ਲਿਸਟ ਆਫ ਇੰਸਟਰੂਮੈਂਟ, ਲਿਸਟ ਆਫ ਵੈਂਡਰਸ ਐਂਡ ਅਦਰ ਟੈਕਨੀਕਲ ਡਿਟੇਲਸ, ਜਿਹੜਾ ਸਾਰੇ ਆਪਣੀ ਲਿਸਟ ਉਹਨਾਂ ਦੀ ਬਣਾਉਣੀ ਆ ਐਨਰਜੀ ਆਡਿਟ ਵਰਕਸ਼ੀਟ ਦੀ, ਲਿਸਟ ਆਫ ਇੰਸਟਰੂਮੈਂਟ ਜਿਹੜੇ ਯੂਜ਼ ਕਰਨੇ ਆ, ਲਿਸਟ ਆਫ ਵੈਂਡਰ ਐਂਡ ਅਦਰ ਟੈਕਨੀਕਲ ਡਿਟੇਲਸ ਜਿਹੜੀਆਂ ਉਹਨਾਂ ਬਾਰੇ ਡਿਸਕਸ ਕਰਨਾ। ਇਹ ਸੀਗਾ ਅੱਜ ਦਾ ਆਪਣਾ ਟੋਪਿਕ ਐਨਰਜੀ ਆਡਿਟ ਰਿਪੋਰਟਸ। ਨੈਕਸਟ ਟਾਈਮ ਨੈਕਸਟ ਟੋਪਿਕ ਲੈ ਕੇ ਆਵਾਂਗੇ। ਥੈਂਕ ਯੂ ਵੈਰੀ ਮੱਚ।